Hello students, in this lecture we will discuss about how can we correct standard deviation. Standard deviation ਦੇ ਵਿੱਚ ਵੀ arithmetic mean ਦੀ ਤਰ੍ਹਾਂ ਕਈ ਵਾਰ observations ਨੂੰ ਗਲਤ ਲੈ ਕੇ ਤੋ standard deviation ਜੋ ਹੈ ਉਹ ਗਲਤ ਕੈਲਕੂਲੇਟ ਕਰ ਲਈ ਜਾਂਦੀ ਹੈ। ਹੁਣ ਅਸੀਂ ਬਜਾਈ ਕਿ ਪੂਰੇ ਦਾ ਪੂਰਾ ਡਾਟਾ ਹੈ ਉਹ ਉਸ ਨੂੰ ਸਾਰੇ ਨੂੰ ਦੁਬਾਰਾ ਤੋਂ ਕੈਲਕੂਲੇਟ ਕਰਕੇ ਸਟੈਂਡਰਡ ਡੈਵੀਏਸ਼ਨ ਫਾਈਂਡ ਕਰੀਏ, ਉਹਦੀ ਬਜਾਏ ਅਸੀਂ ਉਹਦੇ ਵਿੱਚ ਕਰੈਕਸ਼ਨ ਕਰ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਅਰਿਥਮੈਟਿਕ ਮੀਨ ਦੇ ਵਿੱਚ ਕੀਤੀ ਸੀ। ਸੋ ਜਦੋਂ ਅਸੀਂ ਕਰੈਕਸ਼ਨ ਕਰਨੀ ਆ ਤਾਂ ਪਹਿਲੇ ਸਾਨੂੰ ਦੇਖਣਾ ਪਏਗਾ ਕਿ ਇਹ ਜੋ ਓਬਜ਼ਰਵੇਸ਼ਨਸ ਰੋਂਗ ਲਈਆਂ ਉਹਦੀ ਵਜ੍ਹਾ ਦੇ ਨਾਲ ਸਾਡੇ ਕੋਲ ਫਾਰਮੂਲੇ ਦੇ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਫਿਰ ਉਹ ਗਲਤ ਲਿਖੀਆਂ ਗਈਆਂ। ਹੁਣ ਸਟੈਂਡਰਡ ਡੈਵੀਏਸ਼ਨ ਨੂੰ ਕਰੈਕਟ ਕਰਨ ਵੇਲੇ ਵੀ ਤੁਸੀਂ ਹਮੇਸ਼ਾ ਜੋ ਡਾਇਰੈਕਟ ਮੈਥਡ ਹੈ ਉਹ ਹੀ ਯੂਜ਼ ਕਰਨਾ ਹੈ। ਸੋ ਜੋ ਸਟੈਂਡਰਡ ਡੈਵੀਏਸ਼ਨ ਫਰੋਮ ਡਾਇਰੈਕਟ ਓਬਜ਼ਰਵੇਸ਼ਨਸ ਹੈ ਉਸ ਦਾ ਫਾਰਮੂਲਾ ਤੁਸੀਂ ਦੇਖ ਸਕਦੇ ਹੋ ਕੀ ਹੁੰਦਾ ਹੈ ਸਾਡੇ ਕੋਲ। ਹੁਣ ਇਹਦੇ ਅਕੋਰਡਿੰਗ ਸਾਡੇ ਕੋਲ ਕੀ ਚੀਜ਼ਾਂ ਚਾਹੀਦੀਆਂ ਸਟੈਂਡਰਡ ਡੈਵੀਏਸ਼ਨ ਫਾਈਂਡ ਕਰਨ ਲਈ? ਨੰਬਰ ਆਫ ਓਬਜ਼ਰਵੇਸ਼ਨਸ, ਸਮੇਸ਼ਨ x that means the sum of observations and sum of the square of observations। ਸੋ ਜਿਹੜਿਆਂ ਅਸੀਂ ਓਬਜ਼ਰਵੇਸ਼ਨਸ ਦਾ ਸਕੁਏਅਰ ਕੀਤਾ ਉਹਨਾਂ ਦਾ ਸਮ ਚਾਹੀਦਾ। ਤਾਂ ਹੁਣ ਅਗਰ ਕੋਈ ਓਬਜ਼ਰਵੇਸ਼ਨਸ ਹੀ ਗਲਤ ਲਿਖ ਲਈ ਗਈ ਹੈ ਜਾਂ ਗਲਤ ਰੀਡ ਕੀਤੀ ਗਈ ਹੈ, ਇਹਦਾ ਮਤਲਬ ਕਿ ਉਹ x ਜੋ ਹੈ ਉਸੇ ਰੋਂਗ ਪੜੀ ਤਾਂ ਸਮੇਸ਼ਨ x ਵੀ ਰੋਂਗ ਹੋ ਗਿਆ ਔਰ ਸਮੇਸ਼ਨ x ਸਕੁਏਅਰ ਵੀ ਰੋਂਗ ਹੋ ਗਿਆ। ਦੋਨਾਂ ਨੂੰ ਕਰੈਕਟ ਕਰਨਾ ਪਏਗਾ। ਦੋਨੋਂ ਕਰੈਕਟ ਕਰਨ ਦੇ ਲਈ ਸਭ ਤੋਂ ਪਹਿਲੇ ਸਾਨੂੰ ਇਹ ਜੋ ਰੋਂਗ ਵੈਲਿਊ ਉਹ ਫਾਈਂਡ ਕਰਨੀ ਪਏਗੀ। ਰੋਂਗ ਵੈਲਿਊ ਪਤਾ ਹੋਏਗੀ ਤਾਂ ਹੀ ਅਸੀਂ ਰਾਈਟ ਵੈਲਿਊ ਫਾਈਂਡ ਕਰਨ ਦੇ ਲਈ ਉਹਦੇ ਵਿੱਚੋਂ ਕੀ ਕਰਾਂਗੇ, ਜਿਸ ਤਰ੍ਹਾਂ ਅਰਿਥਮੈਟਿਕ ਮੀਨਸ ਕਰਦੇ ਸੀ ਕਿ ਰਾਈਟ ਵੈਲਿਊ ਫਾਈਂਡ ਕਰਨ ਲਈ ਅਸੀਂ ਸਮੇਸ਼ਨ x ਕਰੈਕਟ ਵੈਲਿਊ ਕਿਸ ਤਰ੍ਹਾਂ ਫਾਈਂਡ ਕਰਦੇ ਸੀ ਕਿ ਸਮੇਸ਼ਨ x ਦੀ ਜੋ ਇਨਕਰੈਕਟ ਵੈਲਿਊ ਆ ਉਹ ਸਾਨੂੰ ਪਤਾ ਹੋਣੀ ਚਾਹੀਦੀ। ਉਹਦੇ ਵਿੱਚ ਅਸੀਂ ਕਰੈਕਟ ਵੈਲਿਊਜ਼ ਨੂੰ ਐਡ ਕਰ ਦਾਂਗੇ, ਜੋ ਕਰੈਕਟ ਵੈਲਿਊਜ਼ ਆ, ਐਂਡ ਜੋ ਇਨਕਰੈਕਟ ਵੈਲਿਊਜ਼ ਆ ਜਾਂ ਰੋਂਗ ਵੈਲਿਊਜ਼ ਆ ਉਹਨਾਂ ਨੂੰ ਮਾਈਨਸ ਕਰ ਦਾਂਗੇ। ਇਸੇ ਤਰ੍ਹਾਂ ਸਮੇਸ਼ਨ x ਸਕੁਏਅਰ, ਇਹਦੇ ਵਿੱਚ ਅਸੀਂ ਕੀ ਕੀਤਾ, x ਦਾ ਸਕੁਏਅਰ ਕਰਕੇ ਫਿਰ ਐਡ ਕੀਤਾ। ਤਾਂ ਇੱਥੇ ਪਹਿਲੇ ਸਾਨੂੰ ਸਮੇਸ਼ਨ x ਸਕੁਏਅਰ ਜੋ ਇਨਕਰੈਕਟ ਆ ਉਹ ਚਾਹੀਦਾ, ਦੈਨ ਕਰੈਕਟ ਵੈਲਿਊਜ਼ ਦਾ ਸਕੁਏਅਰ ਅਸੀਂ ਐਡ ਕਰਾਂਗੇ ਕਿਉਂਕਿ ਸਕੁਏਅਰ ਹੀ ਇੱਥੇ ਅਸੀਂ ਲੈ ਰਹੇ ਹਾਂ। ਸਕੁਏਅਰ ਵੈਲਿਊਜ਼ ਜੋ ਕਰੈਕਟ ਵੈਲਿਊਜ਼ ਆ ਉਹਦਾ ਸਕੁਏਅਰ ਪਲੱਸ ਕਰਾਂਗੇ, ਜੋ ਇਨਕਰੈਕਟ ਵੈਲਿਊਜ਼ ਹੈਗੀਆਂ ਚਾਹੇ ਕੋਈ ਵੈਲਿਊ ਹੈ ਚਾਹੇ ਇੱਕ ਨਾਲੋਂ ਜ਼ਿਆਦਾ ਆ, ਇਨਕਰੈਕਟ ਵੈਲਿਊਜ਼ ਦਾ ਸਕੁਏਅਰ ਕਰਕੇ ਅਸੀਂ ਉਹਨੂੰ ਵਿੱਚੋਂ ਮਾਈਨਸ ਕਰਕੇ ਅਗੇਨ ਫਾਰਮੂਲੇ ਦੇ ਵਿੱਚ ਸਾਰੀਆਂ ਵੈਲਿਊਜ਼ ਪੁੱਟ ਕਰਾਂਗੇ ਤੇ ਸਾਨੂੰ ਕਰੈਕਟ ਸਟੈਂਡਰਡ ਡੈਵੀਏਸ਼ਨ ਜੋ ਹੈ ਮਿਲ ਜਾਏਗੀ ਵਿਦਆਊਟ ਕੈਲਕੂਲੇਟਿੰਗ ਦਾ ਹੋਲ ਨੂਮੈਰੀਕਲ ਅਗੇਨ। ਸੋ ਹੁਣ ਇਹਦੇ ਅਸੀਂ ਇੱਕ ਐਗਜ਼ਾਮਪਲ ਇੱਥੇ ਲੈਂਦੇ ਹਾਂ ਜਿਹਦੇ ਨਾਲ ਕਿ ਇਹ ਜ਼ਿਆਦਾ ਕਲੀਅਰ ਹੋ ਜਾਏਗਾ। ਸੋ ਇੱਥੇ ਅਸੀਂ ਇੱਕ ਨੂਮੈਰੀਕਲ ਪ੍ਰੋਬਲਮ ਲਈ ਆ। ਸਟੈਂਡਰਡ ਡੈਵੀਏਸ਼ਨ ਇਜ਼ ਗਿਵਨ ਐਜ਼ 5, n ਇਜ਼ 100 ਐਂਡ ਮੀਨ ਇਜ਼ 10। ਸੋ ਮੀਨ ਤੋਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਦੱਸਿਆ ਵੀ ਸੀ ਕਿ ਦੇਖੋ ਫਾਰਮੂਲੇ ਦੇ ਵਿੱਚ ਸਮੇਸ਼ਨ x ਓਵਰ n ਲਿਖਿਆ, ਤਾਂ ਸਮੇਸ਼ਨ x ਓਵਰ n ਦਾ ਮਤਲਬ ਕੀ ਹੁੰਦਾ, ਅਰਿਥਮੈਟਿਕ ਮੀਨ। ਚਾਹੇ ਇਹਨੂੰ ਮੀਨ ਲਿਖ ਲਓ ਚਾਹੇ ਸਮੇਸ਼ਨ x ਓਵਰ n ਮੰਨ ਲਓ। ਰੋਂਗ ਇੱਕ ਜੋ ਇਹਦੇ ਵਿੱਚ ਓਬਜ਼ਰਵੇਸ਼ਨ ਲੈ ਲਈ ਗਈ ਆ ਦੈਟ ਇਜ਼ 15 ਐਂਡ ਕਰੈਕਟ ਕਿੰਨੀ ਸੀ 17। ਸੋ ਦੈਟ ਮੀਨਸ ਹੁਣ ਜੋ ਸਟੈਂਡਰਡ ਡੈਵੀਏਸ਼ਨ ਆ ਉਹ ਚੇਂਜ ਹੋ ਜਾਏਗੀ। ਤਾਂ ਪਹਿਲੇ ਅਸੀਂ ਕੀ ਕਰਾਂਗੇ ਇਸ ਫਾਰਮੂਲੇ ਦੇ ਵਿੱਚ ਜੋ ਸਾਨੂੰ ਚਾਹੀਦਾ ਸਟੈਂਡਰਡ ਡੈਵੀਏਸ਼ਨ ਤੋਂ ਫਾਈਂਡ ਕਰਨ ਦੇ ਲਈ ਉਹ ਅਸੀਂ ਫਾਈਂਡ ਕਰਾਂਗੇ ਕਿਉਂਕਿ ਸਮੇਸ਼ਨ x ਐਂਡ ਸਮੇਸ਼ਨ x ਸਕੁਏਅਰ ਗਲਤ ਹੋਇਆ, ਉਹ ਫਾਈਂਡ ਕਰਨ ਦੇ ਲਈ ਅਸੀਂ ਇੱਥੇ ਵੈਲਿਊਜ਼ ਜਿਹੜੀਆਂ ਉਹ ਫਾਈਂਡ ਕਰਨ ਦੀ ਕੋਸ਼ਿਸ਼ ਕਰਾਂਗੇ। ਹੁਣ ਦੇਖੋ ਮੀਨ ਸਾਡੇ ਕੋਲ ਕਿੰਨਾ ਦਿੱਤਾ ਹੈ, ਜੋ ਰੋਂਗ ਆ 10 ਆ। ਮੀਨ ਦਾ ਫਾਰਮੂਲਾ ਕੀ ਹੁੰਦਾ, ਸਮੇਸ਼ਨ x ਓਵਰ n। ਤਾਂ ਇਹਦਾ ਮਤਲਬ x ਮੀਨ ਅਗਰ 10 ਹੈ, ਫਾਰਮੂਲੇ 'ਚ ਵੈਲਿਊ ਪੁੱਟ ਕੀਤੀ 10 ਇਜ਼ ਇਕੁਅਲ ਟੂ ਸਮੇਸ਼ਨ x, n ਕਿੰਨਾ ਹੈ ਸਾਡੇ ਕੋਲ 100 ਅਤੇ ਸਮੇਸ਼ਨ x ਕਿੰਨਾ ਆ ਗਿਆ, ਫਿਰ ਕ੍ਰੋਸ ਮਲਟੀਪਲਾਈ ਕੀਤਾ 1000। ਇਹ ਹੈਗਾ ਰੋਂਗ, ਇਨਕਰੈਕਟ। ਹੁਣ ਇਹਨੂੰ ਅਗਰ ਕਰੈਕਟ ਕਰਨਾ ਹੋਵੇ ਤਾਂ ਫਾਰਮੂਲਾ ਕੀ ਆ, ਇਨਕਰੈਕਟ ਵੈਲਿਊਜ਼ ਪਲੱਸ ਕਰੈਕਟ ਵੈਲਿਊ ਮਾਈਨਸ ਇਨਕਰੈਕਟ ਵੈਲਿਊ। ਇਹ ਦੇਖੋ 17 ਪਲੱਸ ਹੋਏ 15 ਮਾਈਨਸ ਹੋਏ, ਨੈਟ ਇਨਕਰੀਜ਼ ਕਿੰਨੇ ਦਾ ਹੋ ਗਿਆ 2 ਦਾ। ਤਾਂ ਇਹ ਆ ਗਿਆ ਸਾਡੇ ਕੋਲ ਕਰੈਕਟ ਸਮੇਸ਼ਨ x ਸਕੁਏਅਰ। ਹੁਣ ਸਮੇਸ਼ਨ x ਸਕੁਏਅਰ ਅਸੀਂ ਫਾਈਂਡ ਕਰਨਾ ਹੈ। ਇਸੇ ਸਮੇਸ਼ਨ x ਪਹਿਲੇ ਅਸੀਂ ਰੋਂਗ ਫਾਈਂਡ ਕਰਾਂਗੇ, ਜਿਹੜਾ ਇਨਕਰੈਕਟ ਆ ਉਹ ਫਾਈਂਡ ਕਰਨ ਦੇ ਲਈ ਕੀ ਕਰਾਂਗੇ, ਅਸੀਂ
ਉਹ ਸਾਨੂੰ ਇਸੇ ਫਾਰਮੂਲੇ ਤੋਂ ਪਤਾ ਚੱਲੇਗਾ, ਹੋਰ ਕੋਈ ਉਹਦਾ ਵੇ ਨਹੀਂ ਹੈ ਫਾਈਂਡ ਕਰਨ ਦਾ। ਤਾਂ ਇਹਦੇ ਵਿੱਚ ਵੈਲਿਊਜ਼ ਪੁੱਟ ਕਰ ਦਿਓ ਸਾਰੀਆਂ। ਦੇਖੋ ਆ ਜਿਹੜਾ ਰੂਟ ਹੈ ਉਹ ਮੈਂ ਫਾਰਮੂਲੇ ਦੇ ਵਿੱਚ ਵੇਰੀਐਂਸ ਦਾ ਫਾਰਮੂਲਾ ਲਿਖ ਲਾਂਗੀ ਕਿ ਰੂਟ ਨੂੰ ਅਸੀਂ ਸਟੈਂਡਰਡ ਡੈਵੀਏਸ਼ਨ ਦਾ ਸਕੇਅਰ ਬਣਾ ਦਾਂਗੇ ਸੋਲਵ ਕਰਨ ਦੇ ਪਰਪਸ ਲਈ। तो 5 ਸੀ ਸਟੈਂਡਰਡ ਡੈਵੀਏਸ਼ਨ, रूट इधर आके स्केयर बन गया। समेशन एक्स स्केयर असी फाइंड करना, एन 100 आ माइनस समेशन एक्स ओवर एन कितना गिवन सीगा। देखो इतने गलती नाल राइट वाला नहीं ऐड कर देना, फिलहाल असी रोंग वैल्यू फाइंड कर रहे हैं तो रोंग जो पहले डाटा वही फिल करना। समेशन एक्स ओवर एन का स्केयर, इसका मतलब आ जो 10 दिता 10 का स्केयर, इनू सॉल्व कर लिया। इत्थे अगर LCM लै लीए तो इत्थे मल्टीप्लाई होके 12,500 साढ़े कोल समेशन एक्स स्केयर आ गया। ये की हैगा इनकरैक्ट। हुण करैक्ट फाइंड करन लई की करांगे, जो रोंग है वो लिख लिया, प्लस जी करैक्ट वैल्यू आ उहदा स्केयर, माइनस जो इनकरैक्ट वैल्यू आ उहदा स्केयर। ये साडे कोल आ गया 12,564। ये हुण साडे कोल करैक्ट वैल्यू आ गई। देखो साडे कोल समेशन एक्स स्केयर की भी करैक्ट वैल्यू आ गई और समेशन एक्स की भी करैक्ट वैल्यू आ गई। हुण असीं इहनूं फॉर्मूले दे विच पुट करके करैक्ट स्टैंडर्ड डेविएशन फाइंड कर लांगे। ये साडे कोल इत्थे जो वैल्यूज़ आईयां असीं फॉर्मूले च पुट करतियां। समेशन एक्स आया सी साडे कोल 1002, ये फॉर्मूले च पुट करता। हुण इनू सॉल्व करन तो बाद साडे कोल जो इहदा आंसर आ गया एंड दिस विल बी इक्वल टू 5.02। सो देखो इतने जो न्यू स्टैंडर्ड डेविएशन आई है वो पहले नालों ज़्यादा हो गई है। पहले 5 सी, हुण जो न्यू करैक्ट साडे कोल स्टैंडर्ड डेविएशन आई है वो पहला नालों 0.02 इंक्रीज हो गई है। सो दिस इज़ हाउ वी कैन कैलकुलेट द करैक्ट स्टैंडर्ड डेविएशन।